बेशुमार अथाह अगणित अतुल ज्यों बुलावो त्यों नानक दास बोलै। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਅਸ਼ਟਮ ਬਲਬੀਰਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਜੋ ਇਸ ਪਾਵਨ ਦਰਬਾਰ ਦਾ ਨੇਮ ਹੈ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਆਪ ਜੀ ਨੇ ਲੜੀਵਾਰ ਸ਼ਬਦ ਸਰਵਣ ਕੀਤਾ ਹੈ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ 169 ਤੇ 170 ਅੰਗ ਤੇ ਸੁਸ਼ੋਭਿਤ ਹੈ। ਗੌੜੀ ਪੂਰਬੀ ਮਹੱਲਾ ਚੌਥਾ। ਇਸ ਸ਼ਬਦ ਦੀ ਵਿਚਾਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਪ ਰਹਿਮਤ ਮੇਰ ਕਰਕੇ ਕਰਾਉਣ। ਆਪ ਸੰਗਤ ਜਿੰਨੇ ਮੌਜੂਦ ਹੋ, ਜਿੰਨੇ ਆਪਣੇ ਆਪਣੇ ਘਰਾਂ ਕਾਰੋਬਾਰਾਂ ਵਿੱਚ ਬੈਠ ਕੇ ਇਸ ਪਾਵਨ ਦਰਬਾਰ ਦੇ ਦਰਸ਼ਨ ਕਰ ਰਹੇ ਹੋ, ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੀਸਰਾ ਰਾਗ ਹੈ ਔਰ ਦਿਨ ਦੇ ਚੌਥੇ ਪੈਰ ਇਹ ਗਾਉਣ ਦਾ ਇਹਦਾ ਸਮਾਂ ਹੈ। ਪੂਰਬੀ ਵੀ ਜਿਹੜਾ ਹੈ ਹਿੰਦੁਸਤਾਨ ਸੰਗੀਤ ਪਰੰਪਰਾ ਦਾ ਇੱਕ ਰਾਗ ਹੈ, ਰਾਗਣੀ ਰੂਪ ਦਾ, ਔਰ ਇਹ ਵੀ ਸੰਪੂਰਨ ਰਾਗਣੀ ਦਾ ਹੀ ਰੂਪ ਹੈ। ਪਰ ਨਿਰਮੂਲ ਪੂਰਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਆਇਆ। ਪੂਰਬੀ ਗੌੜੀ ਦੇ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦਰਜ ਕੀਤਾ ਹੈ, ਗੌੜੀ ਪੂਰਬੀ। ਇਹ ਦੋਨੋਂ ਹੀ, ਪਰ ਇੱਥੇ ਗੌੜੀ ਰਾਗ ਹੈ ਤੇ ਪੂਰਬੀ ਰਾਗਣੀ ਹੈ। ਸੋ ਗੌੜੀ ਕਈ ਤਰ੍ਹਾਂ ਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਬਚਨ ਹੈ, ਤੁਮ ਦਇਆਲ ਸਰਬ ਦੁਖ ਭੰਜਨ ਇੱਕ ਬਿਨਉ ਸੁਨੋ ਦੇ ਕਾਨੇ। ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤਿਗੁਰ ਮੇਲ ਮੇਰਾ ਪ੍ਰਾਨੇ। ਇਹ ਪਹਿਲਾ ਪਦਾ ਹੈ ਤੇ ਰਹਾਉ ਦੀ ਤੁਕ ਆਪ ਜੀ ਨੇ ਸਰਵਣ ਕੀਤੀ ਹੈ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਦ ਅਸੁਧ ਮਤ ਹੋਤੇ ਗੁਰਮਤ ਗੁਰ ਕੈ ਬਚਨ ਹਰ ਹਮ ਜਾਣੇ। ਰਹਾਉ ਰਹਾਉ ਦੀ ਤੁਕ ਤੋਂ ਇਹ ਸਪਸ਼ਟ ਕੀਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਪੂਰਨ ਸਤਿਗੁਰ ਤੋਂ ਬਿਨਾ ਸਿੱਖ ਦੇ ਜੀਵਨ ਦੀ ਘਾਲਣਾ ਅਧੂਰੀ ਹੈ। ਸਿੱਖ ਆਪਣੇ ਜੀਵਨ ਵਿੱਚ ਜਿੰਨਾ ਮਰਜੀ ਉਦਮ ਕਰੇ, ਜਿੰਨੀ ਮਰਜੀ ਬਾਣੀ ਦਾ ਜਾਪ ਕਰੇ, ਪਰ ਪੂਰਨ ਸਤਿਗੁਰ ਜੀ ਦੇ ਸਨਮੁਖ ਪੂਰਨ ਸ਼ਰਧਾ ਭਾਵਨਾ ਦੇ ਨਾਲ ਉਹਨੇ ਜੇ ਸਮਰਪਣ ਨਹੀਂ ਕੀਤਾ ਤੇ ਫਿਰ ਜੀਵਨ ਦੀ ਘਾਲਣਾ ਉਹਦੀ ਕੋਈ ਮੂਲ ਤੇ ਕੋਈ ਮਾਇਨੇ ਨਹੀਂ ਰੱਖਦੀ। ਔਰ ਸਿਉਂਕਿ ਕਲਵੀ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਇਸ ਪਾਵਨ ਸਥਾਨ ਤੋਂ ਬੜੀ ਕਮਾਲ ਦੀ ਇਹ ਵਾਰਤਾ ਦੱਸੀ ਕਿ ਬੰਦਾ 100 ਵਾਰੀ ਮੱਥਾ ਟੇਕ ਲੇ ਥਾਂ ਥਾਂ ਤੇ, ਜੇ ਅੰਦਰ ਹੀ ਨਹੀਂ ਝੁਕਿਆ ਤੇ ਫਿਰ ਉਹਦਾ ਮੱਥਾ ਇੱਕ ਥਾਂ ਤੇ ਵੀ ਨਹੀਂ ਟਿਕਿਆ। ਔਰ ਵਾਕਈ ਇਹ ਗੱਲ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਜੇ ਸਾਡਾ ਹਿਰਦਾ ਹੀ ਨਹੀਂ ਝੁਕਿਆ ਤੇ ਭਾਵੇਂ ਫਿਰ ਸਿਰਫ ਆਪਾਂ ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦਾ ਕਸੁੱਧੈ ਜਾਏ। ਸੱਚ ਤੇ ਇਹ ਹੈ ਕਿ ਇਸ ਸੀਸ ਦੇ ਝੁਕਾਉਣ ਦਾ ਕੀ ਫਾਇਦਾ ਜੇ ਸਤਿਗੁਰ ਨੂੰ
पार ब्रह्म परमेश्वर पुरख दे तुल नहीं मनिया असी। जे सतगुर जी दे पूर्ण बचन जेड़े बाणी गुरु गुरु है बाणी विच बाणी अमृत सारे गुर बाणी कहा। ये वख वख पढ़ियो जी, रारे नू औंकड़ गुर बाणी कहा। जो सतगुरु ने बाणी रूप उपदेश दे दिता है ते सिख दे लई फिर इहदे उत्ते कोई शंका नहीं, कोई प्रश्न नहीं, क्यों नहीं, किवें नहीं। गुरबाणी कह सेवक जन मानै, जे मन लिया परतख गुरु निस्तारे। फिर परतख हर गुरु ने उहदा निस्तारा करना है। जे नहीं मनिया तो फिर उही गल के अंदर दी भावना कि मन मैले सब किछ मैला, तन धोते मन हछाना। किथों पवित्र हो जाएगा मन। सतगुरु गुरु रामदास जी अज गुरु दर ते आउण वालियां नूं जाच सिखाउंदे ने कि गुरु कोल आउणा किवें है। अज असी गुरु हरकृष्ण साहब महाराज जी दे दर ते सतगुरु जी दी सरदल दी धूड़ मस्तक ते ला रहे हैं। साडियां यात्रावां सतगुरु जी सफल करन बड़े भाग ने, ये बड़े भाग ने। भागां तो बिना नहीं, बिन भागां सत संग ना लभै, बिन संगत मैल भरीजै जियो। ये आउण दा जिहड़ा नेम है ना, तुम दयाल सर्ब दुख भंजन, ये सतगुरु गुरु हरकृष्ण साहब महाराज जी नूं ते आख्या जांदा है। जिस डिठे सब दुख जाए, इस तो वड्डी कोई इस धरती ते ऐसी रहमत वरत रही है ते दसो भाई, जिहड़ी रहमत गुरु हरकृष्ण साहब जी दे दर ते है, जिहदे बाबत सतगुरु ने आख्या कि दीदार कीतियां ही दुख जांदे ने। जे कोई ध्याले एक मन हो के श्री हरकृष्ण ध्याई है, जिस डिठे सब दुख जाए, दुख दूर होंदे ने। ते बाणी दा भी यही नेम है कि सतगुरु जी तुहाडा नाम की है। ते सतगुरां ने यह दसिया कि प्रभु दा नाम दुख भंजन तेरा नाम जी। प्रभु दा नाम ही दुखां दा नाश करन वाला है। ते इहदा आराधना सिख दे जीवन दे विच चत्तो पैर है। 8 पहर आराधी है पूर्ण सतगुर ज्ञान। ते फिर जिस हिरदे विच इहदा आराधना है वह भी दसिया, जित घट वसै पार ब्रह्म सोई सुहावा थान। वो हिरदा ही पवित्र हो गया जिन्हें गुरु पार ब्रह्म परमेश्वर नूं सत करके जान लिया ते गुरु दे नाम नूं जप के प्रभु दी सोझी प्राप्त कर ली। उस तो उत्ते कोई विचार नहीं। इस करके भी भट्ट साहबाना ने कहा सी, जे सतगुर सिमरंत नैन के तिमर मिटै खिन, जे सतगुर सिमरंत हृदय हर नाम दिनो दिन। जे सतगुर सिमरंत जी की तपत मिटावै, जे सतगुर सिमरंत रिध सिद्ध नौ निध पावै। सब कुछ है गुरु दे सिमरन विच। गुरु दे भाव भावनी शरदा वाले जीवन दे विच दुखां दा नाश है। तुम दयाल सर्व दुख भंजन। ते फिर अगली गल जिहड़ी है, इत्थे आके मथा टेक के ते अपने आप दा प्रगटावा करके नहीं जाना। इत्थे आके सतगुरां नाल गल करनी है। ये सतगुरु जागदा है, ये बचन है भूली माल नहीं है। एहो सतगुर जागदा है। बई बई कोई समझे इस गल नूं, पर यह मन भुलिया पिया कि शायद असी मथा टेकदा ते साडी आई हुई इत्थे हाजरी प्रवान हो गई। सतगुरु जी कहंदे सुनो, जद गुरु दे अगे आके नतमस्तक होए ते मन दे अंदरों एक ख्याल पैदा करियो, एक बिनो सुनोह दे काने। हुण सच्चे पातशाह तुहाडे कोल आए हां ते कन दे के मेरी गल भी सुनो। जिन्हों असी कहने हैं अरदास, जिन्हों असी कहने हैं गुरु नानक साहब जी का शब्द यख अर्ज गुफ्तम पेश तो दरगोश कुन करतार। सतगुरु गुरु नानक साहब कहते मेरे वाहिगुरु कन दे, मैं तेरे अगे एक गुफ्तम एक दिल की गल रखनी चाहना। यक का मतलब होंदा है एक, यक अर्ज, अर्ज का मतलब होंदा है कहना, गुफ्तम का मतलब बोल के। पेश तो दरगोश कुन करतार, मैं तेरे अगे
पेश कर रहा, तेरे दर ते मैं आया ते मैनू पता है हका कबीर करीम तू बेऐब परवरदगार, तुसी वड्डे हो वाहिगुरु जी। हुण इत्थे जिहड़ा बचन है ना, यक अर्ज गुफ्तम पेश तो दर गोश, गोश कहंदे कन नूं, तू कन दे वाहिगुरु, कन दे, मैं तुहाडे अगे एक बेनती करनी है। दरगोश कुन करतार, हे करतार मेरी बेनती सुनो। ते वो बेनती की है? वो बेनती गुरु रामदास जी दे बाबत भट्टा ने आख्या, हम अवगुण भरे एक गुण नाही। हे बेनती करन आया सतगुरु को, अमृत छाड़ बिखै बिख खाही, माया मोह भरम भै भूले। बड़े धक्के खा रहे महाराज जी, माया मोह भरम पै भूले, सुत दारा स्यों प्रीत लगाए। प्रीत तुहाडे नाल नहीं, साडी तुहाडे नाम नाल नहीं है। दुनिया नूं अपने मन की वार्ता सुना रहे हैं, पर किस पै खोलू गंठड़ी दुखी भरे आया। जिदे अगे भी गल करोगे ना, ओदियां दुखां दियां पंडां साडे तो दुगणियां ने। जिदे नाल गल करोगे, जिदे नाल दुख साझा करोगे, जां तां ओह तुहाडा दुख सुन के हसेगा, जां तां ओह कहेगा वाह जी वाह चंगा होया इनू भी दुख मिलिया, जां सच ये है कि वह अपना दुख तुहाडे अगे रख देगा, भाई तू छड्ड मेरा सुन। ये संसार सारा ही सतगुरु जी का बचन जिहड़ा वो सत है। साहिब जी का बचन है, एक दाता सब जगत भिखारिया, धन गुरु रामदास महाराज जी। सारा जगत इत्थे भिखारी है, कोई वड्डा मंगता है ते कोई छोटा मंगता है। सच तो यह है, कोई राज मंग रहा है ते कोई 2 वक्त की रोटी मंग रहा। गुरु रामदास जी कहते है सारे मंगते, ते मंगते नहीं, सारे रोगी भी आख्या। जो जो दिसै सो सो रोगी, रोग रहत मेरा सतगुर जोगी। ते कदी सतगुरु नूं आखे कहो सतगुरु जी धन गुरु हरकृष्ण साहब महाराज तुसी समर्थ हो, तुसी संसार दे दुख कट्टण वाले हो, मेरे भी दुख दूर करो। जिसते तुम हर जाने स्वामी, सो सतगुर मेल मेरा प्राणे। हे मेरे वाहिगुरु मेरी बेनती सुन के जिस सतगुर पासों मैं तुहानू मिल सकां, उस सतगुरु गुरु हरकृष्ण साहब महाराज जी दे नाल मेरी पछाण करा दे। उस सतगुरु गुरु हरकृष्ण साहब जी का चेता मेरे हिरदे विच वसा दे। ते अगला बचन तुसी रहाओ दा सुनो, राम हम सतगुर पार ब्रह्म कर माने। हे रमैया वाहिगुरु, मेरे मन च किथे ये शंका रह गई सी कि सतगुरु ते परम प्रभु कोई फर्क हुंदा है, पर कोई फर्क नहीं। गुरु गुरु गुर कर मन मोर, गुरु बिना मैं ना ही होर। ते गुरु कौन है? गुर की टेक रहो दिन रात, जाकी कोई ना मिटै दात। ते अगला बचन बड़ा कमाल दा, गुर परमेश्वर एको जान। ये भेत दूर करके आयो। ताइयों क्या भट्ट साहबाना ने, सोई रामदास गुर बल भण, मिल संगत धन धन करहो। जे सतगुर लग प्रभ पाई है, उस सतगुर दे नाल जरूर सांझ पाओ। सतगुर जी दे चरणी लगो, उस सतगुर जी दे अगे अपना आप समर्पण करो। जिसते तुम हर जाने स्वामी। एदा मतलब की है कि हे वाहिगुरु जिस राही असी तुहानू जान सकीए, ते किस राही जान सकते हैं? जैसा सतगुर सुनीदा तैसो ही मैं डीठ, विछुड़िया मेले प्रभु हर दरगह का बसीठ। ये बसीठ है। गुरु हरकृष्ण साहब महाराज जी विचोले ने, वाहिगुरु दे नाल मिलाप कराउण वाले। जिसते तुम हर जाने स्वामी, जिदे राही मैं तुहानू मिल सकां, उस सतगुरु नाल ते मेल कराओ। ते मेल कीतियां होएगा कि जाम गुरु होए वल, तनह क्या गारव दीजै। सारा आहंग दूर होएगा उस गुरु नू मिलिया। जाम गुरु होए वल लख बाहें क्या कीजै। कोई वाल भी विंगा नहीं कर सकेगा जे साहिब गुरु डाडा तुहाडे पक्ष वाल है। जाम गुरु होए वल ज्ञान अर ध्यान अनन पर। यह बख्शिश है, यह कृपा है।
जाम गुरु होए वल शब्द साखी से सच्चो घर। है जो गुरु गुरु अहनिस जपै दास भट बेनत का है। ये बरकत है गुरु दी। शब्द साखी सो सच्चो घर दा मतलब है साक्षात प्रभु दा ज्ञान हिरदे च टिकाउण वाले गुरु ने। जो गुरु नाम रिद मैं धरै सो जन्म मरण दोहू थै रहै। गुरु दी संभाल हिरदे दे अंदर सिख दे लई सब तो पहली कार है कि बई हिरदे विच गुरु है जां हिरदे विच पाप है। जिस गुरु ने सानू वाहिगुरु नू मिलाना है, हे वाहिगुरु तू किरपा कर उस सच्चे गुरु गुरु हरकृष्ण साहब जी दे दर ते आया ते गुरु दे नाल बाणे आवे। जे गुरु नाल बाणे आएगी तो फिर बड़ी बरकतां ने जी। फिर जम भी वाल विंगा नहीं कर सकते। ते गुरु कौन है? राम। हम सतगुर पार ब्रह्म कर माने। मेरे वास्ते सतगुरु मेरे पार ब्रह्म परमेश्वर ने। मेरे वास्ते पार ब्रह्म परमेश्वर दा रूप ने। गुरु रामदास जी कहंदे धन गुरु अमरदास जी आद गुरु नानक साहब महाराज जी बलियो चिराग अंधियार में सब कल उदरी एक नाम धर्म प्रगट सगल हर भवन में जन नानक गुर पार ब्रह्म। कोई शंका रह ही नहीं गई कि उस गुरु नूं ध्याउण तो पहला भट्ट जी कहंदे तास चरण लै हृदय बसावों तो परम गुरु नानक गुण गावों। जिन्हों गुरु अर्जुन साहब महाराज जी बख्शिश कर दे ज्ञान ध्यान किछ कर्म ना जाना सार ना जाना तेरी सब ते वड्डा सतगुर नानक जिन कल राखी मेरी। हम मूड मुगद अशुद्ध मत होते साडा हाल है मूर्खताई वाला। मुगद है गया आने अशुद्ध है गया हम मैले तुम उजल करते। हम निर्गुण तू दाता हम मूर्ख तुम चतुर सियाणे तू सर्व कला का ज्ञाता। इसी शब्द विच क्या है? तुम करो भला हम भलो ना जाना है। तुम सदा सदा दयाला। क्योंकि मूर्ख है गया जो प्रभु ने करना है उदी सानू सोजी नहीं। जो असी अपने जीवन विच चाहुंदे हां ते ओ गुरु नूं पता है भाई तेरे जीवन विच ये चंगा है जां मंदा है। वो गुरु जानदा है। जे चंगा होएगा तो गुरु करा लेगा, जे मंदा होएगा तो फिर वो नहीं कराएगा। ये सोझी सानू नहीं है। कबीर जो मैं चितवो ना करे क्या मेरा चितवै होए अपना चितवया हर करे जो मेरे चित ना होए। जो मैनू पता है ना वो सच्ची मुची मैनू ही पता है। जो गुरु नू पता है वो किसी नू भी नहीं पता। इस करके जो गुरु नू पता है वो गुरु नू करन दिओ। क्यों? साडी मत होछी है। असी ये जानते हैं कि बई मैनू ये चंगा लगता है पर सतगुर कहते नहीं जो तैनू चंगा लगता है वो नहीं, जो तेरे लिए चंगा है वो मैं करांगा। ये सोझी सानू नहीं है। हम मूड मुगद अशुद्ध मत होते। मत साडी मूड है। रोज पढ़ते हैं तित सरवरड़ै पहले निवासा पानी पावक तिन्ह किया पंकज मोह पग नहीं चालै हम देखा तह डूबी अले मन एक ना चेतस मूढ़ मना हर बिसरत तेरे गुण गलिया। गुरु नू तू चेते नहीं करदा। पार ब्रह्म परमेश्वर दा चेता ओदा भाओ ओदी टेक तेरे हिरदे च नहीं है। कला मथा टेकण नाल जे दुनिया तरदी ते इत्थे ते दुनिया ही झुक रही है। पर सच यह है हिरदा झुकना किसी बिरले दा हुंदा परवान। ते जेड़ा ये आखे ना हम मूड मुगद अशुद्ध मत होते गुरमत गुर कै बचन हर हम जाने गुरु दे बचन ही गुरु दी मत ही सानू प्रभु दी इस असीम ताकत दे नाल जाणू कराएगी। प्रभु दी कुदरत दे नाल जाणू कराउण वाले गुरु ने। ते उस प्रभु दी केड़ी असीम कुदरत है जिन्हों गुरु नानक साहब महाराज जी ने दसिया अंत ना सिफती कहण ना अंत, अंत ना करना देण ना अंत, अंत ना जापै क्या मन मंत अंत ना जापै
कीता आकार अंत ना जापै पारावार। अंत कारण केते बिल लाहे ताके अंत ना पाहे जा। ए अंत ना जाने कोई। फिर अगला वचन है बहुता कहिए बहुता होए। जिन्ना मर्जी उन्होंने विचारो, जिन्ना विचार लिया ये बहुत घट है, हजे इस तो वध होर पिया होया। ये असीम कुदरत उस करतार दी। इनू महाराज जी कहते गुरमत गुर कै बचन हर हम जाने। गुरु दे बचन नाल ही जानिया जा सकता है, होर सोझी नहीं कोई दे सकता। गुरु दी मत नाल ये हिरदे विच वसदा है। अगे सतगुरु जी ने बड़ी बख्शिश की है ते जानिया जा सकता है। महाराज जी का बचन गुर की मत तू ले याने भगत बिना बहु डूबे सियाणे। इत्थे भगत दे तत्ते नूं सियारी है कि वाहिगुरु जी की भगती जिहड़ी गुरु ने दिती है, जिहड़ी गुरु ने भगती सिखाई है, सहज भगती गृहस्थ भगती। ते वो भगती किहड़ी है? वो बाहर दा दिखावा थोड़ी है भाई जी मथा टेक लिया, दान पुण्य कर लिया जी, साडा ते हो गया। नहीं, गुरु हरकृष्ण साहब जी दे दर ते बैठे हो ते बेअंत साखियां गुरु हरकृष्ण साहब जी दियां ज्ञानी ज्ञान सिंह जी ने दित्तियां। प्राचीन पंथ प्रकाश दे विच रतन सिंह भंगू होरां ने लिखियां। बेअंत साखियां गंडा सिंह होरां दी किताबां दे विच प्रोफैसर प्यारा सिंह पदम ने गुरु हरकृष्ण साहब जी का जीवन लिखिया। डॉक्टर त्रिलोचन सिंह ने जीवन दियां गाथावां गुरु हरकृष्ण। जीवन का समा सिर्फ 9-10 सालां दा है। 1656 तो लैके 1664 तक, 1661 तो लैके सतगुरु जी जब गुरता गद्दी ते बैठे ते वो गुरता गद्दी का समा होर भी थोड़ा है, पर बरकतां इनियां साखियां सतगुरु जी के जीवन दियां सानू समाचार मिलते हैं कि सतगुरु गुरु हरकृष्ण साहब जी जे मुख तो बोलते ने ते सिर्फ खसम की बाणी बोलते हैं। सिर्फ धुर की बाणी का उपदेश ही संगतां नूं सुणाउंदे ने। ते ये ना समझियो कि गुरु हरकृष्ण साहब कुछ जानते नहीं। सतगुरु जी सब दे दिलां दी जानते हैं। ते वाहद जद गुरु हरकृष्ण साहब गुरता गद्दी दे मालक बने ते दूर दुराडियों तो किथों पाक पटन की धरती, किथे पेशावर, किथे अटक ते किथे चाइना बॉर्डर तक सतगुरु गुरु हरकृष्ण साहब महाराज जी के दर ते मंगतियां की भीड़ लग गई। सतगुरु जी किसी का रोग कट्टो, किसी दे दुख दूर करो, किसी की विपता खत्म करो, किसी दे धम धाम दौलत नाल भरो ते किसी नूं दुश्मनां तो बचाओ। ये साखियां ने सतगुरु जी। और परतख हार ने गुरु हरकृष्ण साहब जी का किन्ना उग बणो तै आथ बणो चौचक्की कीअण लोआ। सतगुरु गुरु हरकृष्ण साहब जी का चंदोआ शोभा पा रहा है। सतगुर का खिवै चंदोआ, इन्नी शोभा सतगुरु जी दे। ते सतगुरु जी दे दर ते जोगियां ने आके, रेब नाथ जोगियां दा जत्था, हिंदू मुसलमान सारे गुरु हरकृष्ण साहब जी दे दर ते बैठे हुए ने। ते शोभा गा के गया रेबा नाथ दा जत्था गुरु हरकृष्ण साहब जी दियां। ते मुसलमान पीर फकीर तौबा तौबा 7 बारी सिजदा गुरु हरकृष्ण साहब नूं करदा। रोपड़ दा रोशन जमीर फकीर जिहदी शोभा बड़ी है। कहंदे जद गुरु हरकृष्ण साहब जी गुरता गद्दी ते बैठे, हुण रोपड़ नहीं लभदा, हुण कीरतपुर साहब की धरती ते गुरु साहब जी नूं सिजदे कर रहा। 3 फकीरां दा नाम ज्ञानी ज्ञान सिंह ने लिखिया। रुकन दीन, मोहम्मद शेख ते माला बख्श। ये तीनों फकीर गुरु हरकृष्ण साहब जी दे दर दा पानी। क्यों? क्योंकि रहमत इन्नी गुरु हरकृष्ण साहब दी। जिस वेले तीनों फकीर आए ना, रुकन दीन, माला शेख ते मोहम्मद बख्श, इन्हां ने पहला शंका की कि सतगुरु गुरु हरकृष्ण साहब जी की उम्र बड़ी छोटी है कि ये मन की विपता दूर कर सकणगे। ते आके बैठे ते सतगुर ते जानी जानने ना गुरु हरकृष्ण साहब। जोत ओहा जुगत साए शह काया फेर पलटी है। ये तो सिर्फ काया दा ओला है, बाकी ते जोत गुरु नानक साहब जी। ते आउंदियां सार ते बैठे ते गुरु हरकृष्ण साहब ने जिहड़ा बचन बिल्कुल सिद्धांतक साखी च चलदा है ना, वो ये लिखिया, ओना प्यारा रब उनाहा जो गई
ਇਹ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਅਸ਼ਟਮ ਬਲਬੀਰਾ ਦੇ ਵਿੱਚ ਸਾਰੀਆਂ ਸਾਖੀਆਂ ਨੂੰ ਸੰਯੁਕਤ ਕੀਤਾ, ਇਕੱਠਾ ਕੀਤਾ, ਸੰਪਾਦਨ ਕੀਤਾ। ਉਹਦੇ ਵਿੱਚ ਜ਼ਿਕਰ ਕੀਤਾ, ਜਦ ਉਹਨਾਂ ਨੇ ਸੁਣਿਆ ਨਾ, ਉਹਨਾਂ ਪਿਆਰਾ ਰੱਬ ਉਹਨਾਂ ਜੋ ਗਈ, ਮਨ ਦੀ ਸ਼ੰਕਾ ਦੂਰ ਹੋ ਗਈ ਵੀ ਰੱਬ ਦੀ ਗੱਲ ਕਰਨ ਆਇਓ ਰੱਬ ਦੇ ਦਰ ਤੇ ਦੂਸਰੀ ਸ਼ੰਕਾ ਸਾਰੀ ਛੱਡ ਦਿਓ। ਤੇ ਉਹਨਾਂ ਨੇ ਪੁੱਛਿਆ, ਸਤਿਗੁਰ ਜੀ ਖੁਦਾਈ ਦੀਦਾਰ ਦੀ ਪਿਆਸ ਹੈ। ਤੇ ਅੱਗੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪਤਾ ਕੀ ਉਪਦੇਸ਼ ਕੀਤਾ? ਸਿਰਫ ਬਾਣੀ ਵਿੱਚੋਂ ਇੱਕ ਬਚਨ ਬੋਲਿਆ ਕਿ ਤਹਿਕੀਕ ਦਿਲ ਦਾਨੀ। ਇਹ ਬਿਲਕੁਲ ਸਾਖੀ ਲਿਖੀ ਹੈ, ਇਹੀ ਤੁਕ ਬੋਲੀ ਕਿ ਮੁੱਲਾ ਜੀ, ਸ਼ੇਖ ਜੀ ਆਇਓ, ਆਪਣੇ ਦਿਲ ਦੀ ਤਹਿਕੀਕਾਤ ਕਰੋ। ਸਤਿਗੁਰੂ ਜੀ ਸਭ ਕੁਝ ਜਾਣਦੇ ਨੇ, ਗੁਰ ਪਰਮੇਸ਼ਵਰ 'ਚ ਕੋਈ ਭੇਤ ਨਹੀਂ। ਅੱਛਾ, ਕਾਂਸ਼ੀ ਦੀ ਧਰਤੀ ਤੋਂ ਇੱਕ ਬਸੰਤਰ ਨਾਮ ਦਾ ਪੰਡਿਤ ਆਇਆ। ਉਹ ਪੰਡਿਤ ਆ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਸਜਦਾ ਕਰਦਾ ਤੇ ਉਹਦੇ ਸਰੀਰ ਨੂੰ ਕੋੜ ਦਾ ਰੋਗ ਲੱਗ ਗਿਆ ਸੀ। ਤੇ ਸੁਣਿਆ ਸੀ ਕਿ ਕੀਰਤਪੁਰ ਸਾਹਿਬ ਦੀ ਧਰਤੀ ਦਾ ਮਾਲਕ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚਾ ਪਾਤਸ਼ਾਹ, ਜਿਨ੍ਹਾਂ ਦੇ ਦੀਦਾਰ ਕੀਤਿਆਂ ਦੁੱਖ ਦੂਰ ਹੁੰਦੇ ਨੇ, ਤੇ ਮੱਥਾ ਟੇਕ ਕੇ ਕਹਿੰਦਾ, ਸਤਿਗੁਰੂ ਜੀ ਕੋੜ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ, ਪੰਡਿਤ ਬਸੰਤਰ ਜੀ, ਸਰੀਰ ਦਾ ਕੋੜ ਤੇ ਦੂਰ ਹੋ ਜਾਏਗਾ, ਜਿਹੜਾ ਮਨ ਦੇ ਅੰਦਰ ਕੋੜ ਹੈ, ਜਾਤ ਪਾਤ ਦਾ ਤੇ ਗਿਆਨ ਦੇ ਝੂਠੇ ਭਰਮ ਦਾ, ਉਸ ਕੋੜ ਨੂੰ ਕੌਣ ਦੂਰ ਕਰੇਗਾ? ਇਹ ਸੁਣਦਿਆਂ ਹੀ ਉਹਦਾ ਤਨ ਤੇ ਮਨ ਕੰਬ ਗਿਆ ਕਿ ਮੈਂ ਜਿਹਦੇ ਸਾਹਮਣੇ ਬੈਠਾ ਉਹ ਪ੍ਰਤੱਖ ਹਾਰੀ ਹੈ, ਉਹ ਅਸ਼ਟਮ ਬਲਬੀਰਾ ਹੈ। ਕਿ ਪੰਡਿਤ ਬਸੰਤਰ ਜੀ, ਅੰਦਰ ਦਾ ਜਿਹੜਾ ਅਭਿਮਾਨ ਗਿਆਨ ਦਾ ਲਈ ਫਿਰਦੇ ਹੋ, ਉਹ ਕੌਣ ਦੂਰ ਕਰੇਗਾ? ਤੇ ਜਦ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸ਼ੋਭਾ ਵਧੀ ਨਾ, ਕਿਉਂਕਿ ਗੁਰਮਤ ਦਾ ਬਚਨ ਸਤਿਗੁਰੂ ਜੀ ਨੇ ਦ੍ਰਿੜ ਕਰਾਇਆ। ਲੰਮੇ ਦੇਸ਼ ਤੋਂ ਜਦ ਜੱਥਾ ਤੁਰਿਆ, ਲੰਮਾ ਦੇਸ਼ ਹੈ, ਪਾਕਪਟਨ ਦੀ ਧਰਤੀ ਤੋਂ ਅੱਗੇ ਅਟਕ, ਇਧਰੋਂ ਜਦ ਸੰਗਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਪਹੁੰਚੀਆਂ ਨਾ, ਤੇ ਉਸ ਪਿੰਡ ਦਾ ਇੱਕ ਚੋਰ ਸੀ ਜਿਹਦਾ ਨਾਮ ਸੀ ਜਸਵੰਤ ਰਾਏ। ਉਹਨੇ ਪੁੱਛਿਆ, ਵੀ ਸਾਰੇ ਕਿੱਥੇ ਤੁਰੇ ਹੋ, ਸਾਰਾ ਪਿੰਡ ਕਿੱਥੇ ਜਾ ਰਿਹਾ? ਉਹ ਕਹਿੰਦੇ, ਅਸੀਂ ਅਸ਼ਟਮ ਬਲਬੀਰਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ, ਜਿਨ੍ਹਾਂ ਦੇ ਦੀਦਾਰ ਕੀਤਿਆਂ ਦੁੱਖ ਦੂਰ ਹੁੰਦੇ ਆ। ਜਿਹੜੇ ਮਨ ਦੀ ਆਵਾਜ਼ ਨੂੰ ਜਾਣਦੇ ਨੇ, ਅੰਦਰ ਦੀ ਜਾਣਦੇ ਨੇ, ਉਹ ਕਹਿੰਦਾ ਫਿਰ ਮੈਨੂੰ ਵੀ ਲੈ ਚਲੋ। ਹੁਣ ਉਹ ਜਿਸ ਭਾਵਨਾ ਨਾਲ ਤੁਰਿਆ, ਉਹ ਕਹਿੰਦਾ ਮੈਂ ਇੱਥੇ ਜੇਬ ਕਤਰਦਾ ਤੇ 4-5 ਬੰਦੇ ਹੀ ਮੈਨੂੰ ਮਿਲਦੇ ਆ, ਉਥੇ ਜਾਵਾਂਗਾ, ਕਿੰਨੀ ਅਜ਼ਮਤ ਹੈ, ਕਿੰਨੀ ਦੁਨੀਆ ਹੈ। ਬਈ ਇੱਥੇ ਵੀ ਅਸੀਂ ਕਈ ਵਾਰੀ ਇਸ ਭਾਵਨਾ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਆ ਜਾਂਦੇ ਨੇ। ਪਰ ਯਾਦ ਰੱਖਿਓ, ਸਤਿਗੁਰ ਜਾਗਦਾ ਹੈ। ਦੇਖੋ, ਸਤਿਗੁਰ ਸਭ ਦੇ ਅੰਦਰ ਦੀ ਜਾਣਦਾ ਹੈ। ਜਿਹੋ ਜੀ ਭਾਵਨਾ ਕੋਈ ਲੈ ਕੇ ਆਉਂਦਾ, ਉਹੋ ਜਿਹਾ ਫਿਰ ਲੈ ਕੇ ਜਾਂਦਾ। ਉਹ ਜਸਵੰਤ ਰਾਏ ਜੇਬ ਕਤਰਾ ਚੋਰ ਹੈ, ਤੇ ਜਥੇ ਸਮੇਤ ਕੀਰਤਪੁਰ ਸਾਹਿਬ ਪਹੁੰਚ ਗਿਆ। ਜਦ ਜਥਾ ਪਹੁੰਚਿਆ, ਉਹਨਾਂ ਨੇ ਸਿਜਦਾ ਕੀਤਾ ਤੇ ਜਸਵੰਤ ਰਾਏ ਆ ਕੇ ਮੱਥਾ ਟੇਕਦਾ। ਮੱਥਾ ਟੇਕ ਕੇ ਬੈਠਾ ਹੀ ਹੈ, ਮਹਾਰਾਜ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਸਵੰਤ ਰਾਏ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਹ ਸੁਣਦਿਆਂ ਸਾਰ ਭੁੱਬਾਂ ਮਾਰ ਕੇ ਰੋਇਆ। ਇਹ ਕੀ ਹੋ ਗਿਆ ਕਿ ਅੱਗੇ ਜੋ ਬੈਠਾ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਅੱਗੇ ਜੋ ਬੈਠਾ ਕੱਲਾ ਵਾਹਿਦ ਗੁਰੂ ਨਹੀਂ, ਉਹ ਪ੍ਰਤੱਖ ਅੰਦਰ ਦੀ ਜਾਣਨ ਵਾਲਾ ਹੈ। ਭੁੱਬਾਂ ਮਾਰ ਕੇ ਰੋਇਆ। ਮਹਾਰਾਜ ਨੇ ਕਿਹਾ, ਤਰਵਾਸ ਦਿਓ। ਤੇ ਕਿਹਾ, ਜਸਵੰਤ ਰਾਏ, ਚੋਰੀ ਠਗੀ ਕਰਕੇ ਆਪਣੇ ਘਰ ਦੌਲਤ ਲੈ ਕੇ ਆਉਣਾ। ਉਹਨੇ ਸਿਰ ਸੁੱਟ ਲਿਆ, ਨੀਵਾਂ ਹੋ ਗਿਆ। ਮਹਾਰਾਜ ਕਹਿੰਦੇ 4 ਦਿਨ, ਸਿਰਫ 4 ਦਿਨ ਇਸ ਦੌਲਤ ਦਾ ਸੁੱਖ ਮਾਣੇਗਾ, ਫਿਰ ਉਸ ਤੋਂ ਬਾਅਦ ਦੁੱਖ ਹੀ ਦੁੱਖ ਨੇ। ਇਹ ਭੁਲੇਖਾ ਹੈ ਕਿ ਚੋਰੀ ਦਾ ਪੈਸਾ ਬੜਾ ਕੁਝ ਸਵਾਰ ਦਿੰਦਾ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ, ਜਸਵੰਤ ਰਾਏ, ਤੇਰਾ ਕੁਝ ਨਹੀਂ ਸਵਰਨਾ। ਤੇ ਚੋਰ ਦੀ ਕੀਮਤ 2 ਗੰਡਿਆਂ ਦੇ ਬਰਾਬਰ ਨਹੀਂ ਹੈ ਜਿਸ ਦਿਨ ਉਹ ਪਕੜਿਆ ਗਿਆ ਇੱਥੇ। ਇਸ ਕਰਕੇ ਚੋਰੀ ਛੱਡੋ, ਠੱਗੀ ਛੱਡੋ, ਦੂਸਰਿਆਂ ਦਾ ਬੁਰਾ ਨਾ ਕਰੋ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਇਹ ਗੁਰੂ ਦਾ ਉਪਦੇਸ਼ ਹੈ। ਇਹ ਰਹਾਉ ਦੀ ਤੁਕ ਹੈ ਕਿ ਗੁਰੂ ਨੂੰ ਐ ਨਾ ਜਾਣਿਓ। ਗੁਰੂ ਤੇ ਅੰਦਰ ਜੀ ਜਾਣਨ ਵਾਲੇ ਨੇ, ਗੁਰੂ ਜਾਣਦੇ ਨੇ। ਅਸੀਂ ਕਹਿੰਦੇ ਹਾਂ ਜੀ ਦਾਨ ਪੁੰਨ ਬੜਾ ਦਿੰਦੇ ਆ। ਰੋਪੜ ਦਾ ਬੜਾ ਵੱਡਾ ਸਰਪੰਚ ਹੋਇਆ ਰਾਜਾ ਰਾਮ। ਉਹਨੇ ਗੱਡੇ ਭਰ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵੱਲ ਘੱਲ ਦਿੱਤੇ।
कि बई पता लग जे कि एक दो दिन भलके च जिहड़ा आउण वाला है वह बड़ा वड्डा शाहूकार है, ते तैयारियां कर लैण गुरु घर वाले गुरु के सिख के बई मेरे आओ भगत किवें करनी है, स्वागत किवें करना है। गड्ढे भेजे ते सतगुरु गुरु हरकृष्ण साहब जी नूं संगतां ने आख्या सतगुरु जी ये गड्ढे आए ने, दौलत आई है। महाराज कहंदे हजे उत्थे ही रहण दो। 2 दिन लंघे ते 2 दिनां बाद वो जिहड़ा राजा राम सी ना वो आया गुरु हरकृष्ण साहब जी दे दर ते सिजदा करदा है ते महाराज गुरु हरकृष्ण साहब जी ਉਹਨੂੰ ਕਹਿੰਦੇ ਆ ਰਾਜਾ ਰਾਮ ਨਾਮ ਤੇ ਬੜਾ ਚੰਗਾ ਤੇਰਾ ਪਰ ਤੇਰੇ ਕੰਮ ਚੰਗੇ ਨਹੀਂ ਹੈਗੇ। ਕਹਿੰਦਾ ਸਤਿਗੁਰੂ ਜੀ ਕੀ ਭੁੱਲੋਗੇ? ਮਹਾਰਾਜ ਕਹਿੰਦੇ ਤੂੰ ਕੁੜੀ ਮਾਰ ਹੈ ਤੇ ਆਪਣੇ ਪਿੰਡ ਦੇ ਵਿੱਚ ਕੁੜੀਆਂ ਨੂੰ ਮਾਰਨ ਦੀ ਸ਼ਹਿ ਦਿੰਦਾ। ਇਹ ਸਾਖੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ। ਤੂੰ ਪਿੰਡ ਦਾ ਸਰਪੰਚ ਹੈ ਤੇ ਆਪਣੇ ਪਿੰਡ ਦੇ ਵਿੱਚ ਤੂੰ ਇਹ ਮਹਾ ਪਾਪ ਕੀਤਾ ਹੈ कि कुखां दे विच कुड़ियां नूं मरवाया ते मारदा भी रहा। गुरु घर दे विच ना तेरा दान प्रमाण है ते ना तेरा आया प्रमाण है। पहला अपने मन विचों ये पाप धो के आ कि अज तो बाद जेड़ा मैं पाप करदा रहा नहीं करांगा। इहदा मतलब ये नहीं कि कहंदा सतगुरु जी दान, सतगुरु जी कहंदे तेरा दान प्रमाण नहीं लै जा। इहदा ये मतलब नहीं कि असीं दान नहीं देना गुरु घर, रज के दईए अपने दसवंत विचों रज रज के सतगुरु जी नूं दईए, मनुखता दा भला करिए जद लोड़ है। पर सतगुरु गुरु हरकृष्ण साहब जी ने कहा है कि मन जे मैला है ना, जे रत लग्या कपड़ा जामा होए पलीत, जो रत पीवह मानसा तिन क्यों निर्मल चीत। कली ये एक साखी नहीं, किनियां साखियां। क्योंकि अज जिहड़ी ये बख्शिश है ना, राम हम सतगुर पार ब्रह्म कर माने कि गुरु पार ब्रह्म च कोई भेत नहीं है। गुरु ते बिना बोले ही सब कुछ जानता है। वो ते अंदर दी बुझ लैंदा कि इहदे अंदर दी की भावना है। मणी माजरे तो ना 16 मील दूर एक लम्मा पिंड है। इस रस्ते ते गुरु हरराय साहब महाराज जी का एक गुरुद्वारा भी बनया होया अंब साहब। जद गुरु हरकृष्ण साहब जी की शोभा वधी ना ते इस पिंड के जिहड़े लोग सन उन्हां दे अंदर बड़ी तलब सी भी असीं भी गुरु हरकृष्ण साहब जी नूं सिजदा करके आउणा। देखो गुरु अंदर दी किवें जाणदे ने। ते उस पिंड दा जिहड़ा सरपंच सी ना उहदा नाम सी पंच नंद चंद, सरपंच नंद चंद। इतिहास से ज्ञानी ज्ञान सिंह लिखदे। वो कहंदा कि तुसीं सारे तुरिओ, मैं पिछे की करांगा, मैनूं भी लै जाओ। ते पिंड दे सियाणे लोगों ने समझाया सरपंच साहब बाकी सब तो ठीक है पर तुसी व्यभिचारी हो गए हो, पापी हो गए हो। ते गुरु घर की जिहड़ी मर्यादा है ना वो मर्यादा बड़ी अटल है। उत्थे किसी दे नाल कोई वितकरा नहीं होंदा। भावें तुसी सरपंच होवो ते भावें कुछ भी होवो, भावें वड्डे होवो भावें छोटे होवो। इस दर दा जिहड़ा असूल है जो शरण आवे तिस कंठ लावे। पर शरण आउणा तां प्रमाण है जे गुरु की गल मनांगे, जे गुरु के रस्ते तुरांगे। करनी अपनी ते गुरु दे अगे असीं सिजदे करने, वो प्रमाण है। महाराज कहंदे नहीं नहीं प्रमाण। वो कित्थों प्रमाण होणगे कि जिन मन होर मुख होर से कांडे कचिया। बाबा शेख फरीद जी का बचन पढ़दे। वो भी जिहड़ा नंद चंद सी वो भी काफले नाल तुरिया ते गुरु हरकृष्ण साहब जी दे दर ते पहुंचया। मथा टेकियो उसने ते टेक के बैठा ही है। गुरु हरकृष्ण साहब जी ने नंद चंद दियां अखां च अखां भर के आख्या, पंच प्रमाण पंच प्रधान पंचे पावह दरगह मान, पंचे सोहै दर राजान, पंचा का गुर एक ध्यान। आ बचन किया कि नंद चंद तेरा ध्यान किथे है जीवन दा, किहड़े पासे तुर पिया? कहाउंदा तू अपने आप नूं पंच है पर गुरु दर ते ओ प्रमाण है जिहदे हिरदे दे विच पार ब्रह्म परमेश्वर दा ध्यान है। पर तेरा ध्यान कंचन नारी में जियो लुबत है। मोह मीठा माया घर मंदिर घोड़े खुशी, मन अनरस लाया हर प्रभ चित ना आवई। क्यों छूटा मेरे हर राया मेरे राम,
ਇਹ ਨੀਚ ਕਰਮ ਹਰ ਮੇਰੇ। ਇਹ ਹੈ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਇਹ ਸਤਿਗੁਰ ਤੇ ਪਾਰ ਬ੍ਰਹਮ ਚ ਕੋਈ ਭੇਤ ਨਹੀਂ, ਸਭ ਦੇ ਅੰਦਰ ਦੀ ਜਾਣਨ ਵਾਲੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ। ਜਿਤਨੇ ਰਸ ਅਨਰਸ ਹਮ ਦੇਖੇ, ਸਭ ਤਿਤਨੇ ਫੀਕ ਫਿਕਾਨੇ। ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਿਗੁਰ ਮੀਠ ਰਸ ਗਾਨੇ। ਜਿੰਨੇ ਦੁਨੀਆ ਦੇ ਰਸ ਨੇ ਨਾ, ਉਹ ਸਾਰੇ ਇੱਕ ਪਾਸੇ, ਤੇ ਗੁਰੂ ਦੇ ਨਾਮ ਦਾ ਜਿਹੜਾ ਰਸ ਹੈ ਉਹਦੀ ਕੋਈ ਕੀਮਤ ਨਹੀਂ ਦਿੱਤਾ ਜਾ ਸਕਦਾ। ਕੋਈ ਬਚਨ ਨਹੀਂ ਕੀਤਾ ਜਾ ਸਕਦਾ ਕਿ ਇਹ ਰਸ ਆਵਾ ਉਹ ਰਸ ਨਹੀਂ ਭਾਵਾ। ਇਹਨੂੰ ਕੌਣ ਬਿਆਨ ਕਰੇ? ਇਹ ਤੇ ਇਵੇਂ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਇਹ ਬਚਨ ਹੈ ਨਾ ਕਿ ਭਾਈ ਇਸ ਧਰਤੀ ਤੇ ਬਿਸਮ 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 ਹੀ ਭਈਐ, ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈਐ, ਜਿਉ ਚਾਖ ਗੁੰਗਾ ਮੁਸਕਾਰੇ। ਇਹ ਜਿਹੜਾ ਰਸ ਆ ਗਿਆ ਨਾ, ਕਹਿੰਦੇ ਸਾਰਿਆਂ ਦੇ ਸਾਰੇ ਤਿਤਨੇ ਫੀਕ ਫਿਕਾਨੇ, ਸਾਰੇ ਫਿੱਕੇ ਨੇ। ਜਿਹੜਾ ਆਨੰਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਆਇਆ, ਗੁਰੂ ਪਾਤਸ਼ਾਹ ਜੀ ਦੇ ਅੱਗੇ ਸਿਜਦਾ ਕੀਤਾ ਮਿਲਦਾ ਨਾ, ਉਹ ਦੁਨੀਆ ਦੇ ਵਿੱਚ ਕਿਤੇ ਹੋਰ ਨਹੀਂ ਹੈ। ਜੋ ਰਸ ਸੰਗਤ ਵਿੱਚ ਬੈਠਣ ਦਾ ਹੈ, ਉਹ ਰਸ ਧਰਤੀ ਤੇ ਕਿਤੇ ਹੋਰ ਨਹੀਂ ਹੈ। ਤੇ ਇਹ ਰਸ ਕਿੰਨਾ ਮਿੱਠਾ ਹੈ। ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਜਿਨੇ ਇਹ ਰਸ ਚਾਖ ਲਿਆ ਨਾ, ਹਰ ਗੁਣ ਕਹਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਇਹ ਬੜਾ ਮਿੱਠਾ ਰਸ ਹੈ, ਇਹ ਬਹੁਤ ਮਿੱਠਾ ਹੈ। ਇੱਥੋਂ ਤੱਕ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਕਿ ਸ਼ੱਕਰ ਖੰਡ ਨਿਵਾਦ ਗੁੜ ਮਾਖਿਓ ਮਾਝਾ ਦੁੱਧ, ਇਹ ਸਾਰੇ ਮਿੱਠੇ ਪਦਾਰਥ ਇੱਕ ਪਾਸੇ ਕਰ ਲਿਓ। ਸਾਰੇ ਮਿੱਠੇ ਪਦਾਰਥ, ਜਿੰਨੇ ਮਿੱਠੇ ਪਦਾਰਥ ਨੇ ਇੱਕ ਪਾਸੇ ਕਰ ਲਿਓ। ਸ਼ੱਕਰ ਖੰਡ ਨਿਵਾਦ, ਆ ਜਿਹੜੀ ਚੀਨੀ ਦੇ ਖਿਡੌਣੇ ਨਹੀਂ ਬਣਾਏ ਜਾਂਦੇ ਉਹਨੂੰ ਨਿਵਾਦ ਆਖਦੇ ਨੇ। ਕਿੰਨਾ ਕੁ ਮਿੱਠਾ ਹੁੰਦਾ, ਕੰਸਨਟ੍ਰੇਟਿਡ ਸ਼ੂਗਰ। ਮਾਖਿਓ ਮਾਝਾ ਦੁੱਧ, ਮੱਖਣ ਵੀ, ਕਹਿੰਦੇ ਦੁੱਧ ਵੀ, ਇਹ ਸਾਰੇ ਪਦਾਰਥ ਮਿੱਠੇ ਦੇ। ਇਹ ਸਾਰੇ ਉਪਦੇਸ਼ ਭਾਵ ਮਿੱਠੇ ਨੂੰ ਹੀ ਦੱਸਦੇ ਨੇ ਕਿ ਇਹ ਮਿੱਠਾ ਹੈ। ਨਾਮ ਸੁਣਦਿਆਂ ਪਤਾ ਲੱਗਦਾ ਵੀ ਮਿਠਾਸ ਹੈ, ਪਰ ਇਹ ਸਾਰੇ ਇੱਕ ਪਾਸੇ ਨੇ। ਜਿੰਨਾ ਰੱਬ ਦਾ ਨਾਮ ਮਿੱਠਾ ਹੈ, ਉਹਨਾਂ ਮਿੱਠਾ ਕੁਛ ਵੀ ਨਹੀਂ। ਤਾਈਓ ਬਾਬਾ ਸਾਹਿਬ ਨੇ ਕਿਹਾ ਸੀ ਨਾ, ਮਾਂ ਰੋਜ਼ ਤਾਂ ਸ਼ੱਕਰ ਖਜੂਰਾਂ ਦਿੰਦੀ ਸੈਂ, ਅੱਜ ਨਹੀਂ ਲੋੜ। ਮਾਂ ਪੁੱਛਦੀ ਕਿਉਂ? ਕਹਿੰਦੇ ਅੱਜ ਜਿਹੜਾ ਰਸ ਆਇਆ ਹੈ ਉਸ ਪ੍ਰਭੂ ਦੀ ਇਬਾਦਤ ਵਿੱਚ, ਇਸ ਰਸ ਦੇ ਸਾਹਮਣੇ ਦੁਨਿਆਵੀ ਸ਼ੱਕਰ ਤੇ ਖਜੂਰਾਂ ਸਭ ਫਿੱਕੀਆਂ ਨੇ। ਇਹ ਰਸ ਆਵਾ ਉਹ ਰਸ ਨਹੀਂ ਭਾਵਾ। ਫਿਰ ਦੁਨੀਆ ਦੇ ਰਸ ਫਿੱਕੇ ਜਾਪਦੇ ਨੇ, ਇਹ ਰਸ ਸਭ ਤੋਂ ਮਿੱਠਾ ਹੈ। ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਿਗੁਰ ਮੀਠ ਰਸ ਗਾਨੇ। ਇਹ ਸਤਿਗੁਰ ਨੂੰ ਮਿਲ ਕੇ ਕਿੰਨਾ ਮਿੱਠਾ ਗਾਨੇ। ਗੰਨਾ ਰੌ ਜਿਹਨੂੰ ਕਹਿੰਦੇ ਆ, ਜਿਸ ਤੋਂ ਚੀਨੀ ਬਣਦੀ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਆ, ਇੰਨਾ ਮਿੱਠਾ ਰਸ ਹੈ ਨਾਮ ਦਾ। ਜੇ ਦੱਸਿਆ ਜਾਏ ਕਿ ਜਿੰਨਾ ਗੰਨਾ ਮਿੱਠਾ ਹੈ, ਕਹਿੰਦੇ ਉਹ ਸਵਾਦ ਜਿਹੜਾ ਇੱਕ ਬਾਲਕ ਨੂੰ ਗੰਨਾ ਖਾਣ ਦਾ ਆਉਂਦਾ ਹੈ, ਇੰਨਾ ਸਵਾਦ ਪ੍ਰਭੂ ਦੇ ਭਗਤ ਨੂੰ, ਪ੍ਰਭੂ ਦੇ ਨਾਮ ਨੂੰ ਜਪਣ ਨੂੰ ਆਉਂਦਾ ਹੈ। ਇੰਨਾ ਮਿੱਠਾ ਹੈ, ਇੰਨਾ ਰਸ ਭਰਪੂਰ ਹੈ ਉਹਦੇ ਜੀਵਨ। ਜਨ ਨਾਨਕ ਮੁਸ਼ਕ ਝਕੋਲਿਆ ਸਭ ਜਨਮ ਧਨ ਧੰਨਾ। ਜਿਹੜਾ ਜਪਦਾ ਉਹਦਾ ਜੀਵਨ ਧਨ ਹੋ ਜਾਂਦਾ ਹੈ। ਇਹ ਰਸ ਜਿਹਨੂੰ ਆਇਆ ਹੈ, ਮਹਾਰਾਜ ਕਹਿੰਦੇ ਉਹਨੂੰ ਪਤਾ ਉਹਦਾ ਜੀਵਨ ਫਿੱਕਾ ਨਹੀਂ ਰਿਹਾ, ਉਹਦਾ ਜੀਵਨ ਬੇਸਵਾਦਾ ਨਹੀਂ ਰਿਹਾ, ਕੌੜਾ ਬੋਲਣ ਵਾਲਾ ਨਹੀਂ ਰਿਹਾ। ਉਹਦਾ ਜੀਵਨ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਜਿਨ ਕਉ ਗੁਰ ਸਤਿਗੁਰ ਨਹੀਂ ਭੇਟਿਆ, ਤੇ ਸਾਕਤ ਮੂੜ ਦੀਵਾਨੇ। ਜਿਹਨੇ ਗੁਰੂ ਦੇ ਦਰਸ਼ਨ ਹੀ ਨਹੀਂ ਕੀਤੇ, ਭੇਟਿਆ ਦਾ ਭਾਵ ਹੈ ਦੀਦਾਰ। ਇਹ ਗੁਰੂ ਦੇ, ਹੁਣ ਇਹੀ ਤੇ ਭੱਟ ਸਾਹਿਬਾਨਾਂ ਨੇ ਕਿਹਾ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਆਥ ਸੰਸਾਰ ਮੈਂ।
ਬਈ ਸਭ ਤੋਂ ਵੱਡਾ ਬੋਝ ਇਸ ਧਰਤੀ ਤੇ ਕੀ ਹੈ? ਸੱਚ ਇਹ ਹੈ ਜਿਹਨੇ ਗੁਰੂ ਦੇ ਸਿੱਖ ਕਹਾਉਂਦਾ ਹੈ। ਬਈ ਸਿੱਖ ਕਹਾਉਣ ਵਾਲਾ, ਕੱਲ ਵੀ ਸਿੰਘ ਸਾਹਿਬ ਨੇ ਕਮਾਲ ਕਿਹਾ, ਬਈ ਕੋਈ ਕਹੇ ਨਾ ਸਰਦਾਰ ਹਾਂ ਮੰਨ ਲਓ, ਪਰ ਜੇ ਕੋਈ ਕਹੇ ਸਿੱਖ ਹਾਂ, ਫਿਰ ਗੁਰੂ ਦਾ ਉਪਦੇਸ਼ ਵੱਡਾ ਹੈ। ਸਿੱਖ ਦੀ ਪਰਿਭਾਸ਼ਾ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਇਹ ਸਿੱਖ ਦੀ ਪਰਿਭਾਸ਼ਾ ਹੈ, ਇਹ ਜੀਵਨ ਰਾਹੋ ਰੀਤ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੂ ਗੁਰ ਸਿੱਖ, ਗੁਰੂ ਮਨ ਭਾਵੈ। ਇਹ ਹੈ ਪਰਿਭਾਸ਼ਾ ਸਿੱਖ ਦੀ। ਪਰ ਜਿਨੇ ਦੀਦਾਰ ਹੀ ਨਹੀਂ ਕੀਤੇ, ਗੁਰ ਬਿਨ ਘੂਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਬਈ ਕੋਈ ਵਿਕਾਰਾਂ ਤੋਂ ਛਡਾਉਣ ਵਾਲਾ ਨਹੀਂ ਹੈ ਗੁਰੂ ਤੋਂ ਬਿਨਾ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁਨ ਅਗਨ ਕਟੇ ਸਭ ਤੇਰੇ। ਗੁਰ ਨੈਣ ਬੈਣ, ਗੁਰ ਗੁਰ ਕਰ ਹੋ, ਅੱਖਾਂ ਵਿੱਚ ਗੁਰੂ ਨੂੰ ਟਿਕਾਓ, ਆਪਣੇ ਬਚਨਾਂ ਵਿੱਚ ਗੁਰੂ ਦੇ ਉਪਦੇਸ਼ ਨੂੰ ਵਸਾਓ। ਗੁਰੂ ਸਤ ਕਬ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ। ਜਿਨੇ ਗੁਰੂ ਨਹੀਂ ਭੇਟਿਆ, ਜਿਨ ਕਉ ਗੁਰ ਸਤਗੁਰ ਨਹੀਂ ਭੇਟਿਆ, ਤੇ ਸਾਕਤ ਮੂੜ ਦੀਵਾਨੇ। ਮਹਾਰਾਜ ਜੀ ਕਹਿੰਦੇ ਉਹ ਤੇ ਮਾਇਆ ਦੇ ਦੀਵਾਨੇ ਨੇ, ਉਹ ਤੇ ਦੁਨੀਆ ਦੇ। ਵੈਸੇ ਗੁਰੂ ਨਾਨਕ ਸਾਹਿਬ ਜੀ ਨੇ ਰਾਮਕਲੀ ਦਖਣੀ ਓਂਕਾਰ ਚ ਇਹ ਬਚਨ ਕੀਤਾ ਹੈ, ਆਥ ਦੇਖ ਨਿਵੈ ਜਿਸ ਦੋਏ। ਕਹਿੰਦੇ ਬਾਹਰ ਦਾ ਪੈਸਾ ਬੰਦੇ ਕੋਲ ਆ ਜਾਏ ਸੁੱਖ ਤੇ ਆਉਂਦਾ, ਪਰ ਜੇ ਉਸ ਪੈਸੇ ਦੇ ਨਾਲ ਰੱਬ ਦੀ ਬੰਦਗੀ ਤੇ ਗੁਰੂ ਦਾ ਭਾਉ ਨਾ ਹੋਏ ਨਾ, ਫਿਰ ਉਹੀ ਪੈਸਾ ਬੰਦੇ ਨੂੰ ਮੂਰਖ ਕਰੀ ਰੱਖਦਾ। ਕਹਿੰਦੇ ਕੀ? ਆਥ ਹੋਏ ਤਾਂ ਮੁਗਤ ਸਿਆਣਾ, ਕਿ ਚਾਰ ਪੈਸੇ ਦਮੜੇ ਜਿਹਦੇ ਕੋਲ ਹੋਣ ਨਾ, ਕਹਿੰਦੇ ਸਿਆਣਾ ਬੰਦਾ ਵੀ ਉਹਦੇ ਅੱਗੇ ਝੁਕਦਾ ਤੇ ਮੂਰਖ ਬੰਦਾ ਵੀ ਝੁਕਦਾ। ਆਤ ਦੇਖ ਨਿਵੈ ਜਿਸ ਦੋਏ, ਆਥ ਹੋਏ ਤਾਂ ਮੁਗਧ ਸਿਆਣਾ, ਮੂਰਖ ਵੀ ਸਿਆਣਾ ਹੋ ਜਾਂਦਾ ਸਮਾਜ 'ਚ। ਪਰ ਇਸੀ ਮਾਇਆ ਦਾ ਲਾਲਚ ਉਹਨੂੰ, ਇਹ ਮਾਇਆ ਦਾ ਭਰਮ ਇਹ ਅਹਿਸਾਸ ਨਹੀਂ ਕਰਾਉਣ ਦਿੰਦਾ ਕਿ ਬਈ ਮੂਰਖ ਤੇ ਮੈਂ ਹਾਂ, ਜੇ ਸਿਆਣਾ ਤੇ ਗੁਰੂ ਹੈ। ਉਹ ਤੇ ਗੁਰੂ ਨੂੰ ਵੀ ਆਪਣੇ ਤੋਂ ਨੀਵਾਂ ਸਮਝ ਕੇ ਤੇ ਆਪਣੇ ਆਪ ਨੂੰ ਫੰਨੇ ਖਾਂ ਸਮਝਦਾ। ਇਸ ਕਰਕੇ ਸਤਿਗੁਰ ਜੀ ਕਹਿੰਦੇ ਆਥ ਹੋਏ ਤਾਂ ਮੁਗਧ ਸਿਆਣਾ, ਮੂਰਖ ਵੀ ਆਪਣੇ ਆਪ ਨੂੰ ਸਿਆਣ। ਦੁਨੀਆ ਸਿਆਣਾ ਸਿਆਣਾ ਆਖਦੀ ਆ ਉਹਨੂੰ, ਪਰ ਭਗਤ ਬਿਹੂਨਾ ਨਾਨਕ ਬਉਰਾ ਨਾਮ। ਨਾਮ ਭਗਤੀ ਤੋਂ ਬਿਨਾ ਜੀਵਨ ਬਉਰਾ ਹੈ। ਸਾਕਤ ਮੂੜ ਦੀਵਾਨੇ ਆਖਿਆ ਸਤਿਗੁਰ ਜੀ ਨੇ। ਮਾਇਆ ਦੇ ਨਸ਼ੇ ਦੇ ਵਿੱਚ ਉਹ ਮੂੜੇ ਹੋਏ ਫਿਰਦੇ ਨੇ। ਤਿਨਕੇ ਕਰਮਹੀਨ ਧੁਰ ਪਾਏ, ਦੇਖ ਦੀਪਕ ਮੋਹ ਪਛਾਨੇ। ਕਹਿੰਦੇ ਉਹ ਕਰਮਹੀਨ ਨੇ, ਕਰਮਹੀਨ ਨੇ। ਤੇ ਕਦੀ ਅਸੀਂ ਕਰਮਹੀਨ ਲੋਕਾਂ ਨੇ ਬੇਨਤੀ ਕੀਤੀ ਹੈ, ਭਾਈ ਕਰਮਹੀਨ ਧਨ ਕਰਹਿ ਬੇਨੰਤੀ ਕਦ ਨਾਨਕ ਆਵਹਿ ਵਾਰੀ। ਸਭ ਸੁਹਾਗਣ ਮਾਣ ਹੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਤੇ ਸੜਦੇ ਕਿਵੇਂ ਨੇ? ਮਹਾਰਾਜ ਜੀ ਕਹਿੰਦੇ ਹਰ ਦੀਪਕ ਮੋਹ ਪਛਾਨੇ। ਜਿਵੇਂ ਇੱਕ ਪਰਵਾਣਾ, ਇੱਕ ਪਤੰਗਾ ਦੀਵੇ ਦੀ ਲੋ ਤੇ ਜਾ ਕੇ ਸੜਦਾ ਹੈ ਨਾ, ਇਵੇਂ ਅਸੀਂ ਮਾਇਆ ਦੇ ਮੋਹ ਦੇ ਵਿੱਚ ਸੜਦੇ ਹਾਂ, ਸੜ ਜਾਂਦੇ ਹਾਂ। ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਸ਼ੇ ਬੇਸੋਚ ਸੇ ਮਗਨੂਰ ਹੈ ਜੁਗਨੂ। ਜੁਗਨੂ ਤੇ ਪਤੰਗੇ ਦੀ ਆਪਸੀ ਗੱਲਬਾਤ ਹੋ ਰਹੀ ਹੈ, ਤੇ ਪਤੰਗਾ ਕਹਿੰਦਾ ਵੇ ਜਗਨੂ, ਤੇਰੇ ਕੋਲ ਰੋਸ਼ਨੀ ਤੇ ਹੈ, ਪਰ ਤੇਰੀ ਰੋਸ਼ਨੀ ਦਾ ਕੀ ਫਾਇਦਾ? ਤੇਰੀ ਰੋਸ਼ਨੀ ਦੇ ਵਿੱਚ ਸੇਕ ਨਹੀਂ ਹੈ, ਜਿਹੜਾ ਸੇਕ ਮੈਨੂੰ ਦੀਪਕ ਤੋਂ ਮਿਲਦਾ। ਤੇ ਅੱਗੋਂ ਜੁਗਨੂ ਪਤਾ ਕੀ ਕਹਿੰਦਾ? ਕਹਿੰਦਾ ਰੱਬ ਦਾ ਸ਼ੁਕਰ ਹੈ ਮੇਰੇ ਕੋਲ ਮੇਰੀ ਰੋਸ਼ਨੀ ਹੈ, ਭਾਵੇਂ ਜਿਹੋ ਜੀ ਹੈ। ਕਹਿੰਦੇ ਕਿਉਂ? ਕਹਿੰਦੇ ਮੈਂ ਆਪਣੀ ਰੋਸ਼ਨੀ ਵਿੱਚ ਖੁਸ਼ ਹਾਂ, ਤੇਰੀ ਤਰ੍ਹਾਂ ਤੇ ਨਹੀਂ ਦੂਜਿਆਂ ਦੀ ਅੱਗ ਤੇ ਜਾ ਕੇ ਸੜਨਾ। ਕਿ ਅੱਲਾ ਕਾ ਸ਼ੁਕਰ ਹੈ ਪਰਵਾਨਾ ਨਹੀਂ ਮੈਂ, ਦਰਿਆ ਖੁਦਾ ਆਤਸ਼ੇ ਬੈਗਾਨਾ ਨਹੀਂ ਮੈਂ। ਇਹੀ ਗੱਲ ਹੈ। ਸਾਨੂੰ ਇਹ ਦੁੱਖ ਨਹੀਂ ਅਸੀਂ ਦੁਖੀ ਹਾਂ, ਸਾਨੂੰ ਇਹ ਦੁੱਖ ਹੈ ਉਹ ਕਿਉਂ ਸੁਖੀ ਹੈ। ਇਸ ਅੱਗ ਦੇ ਵਿੱਚ ਅਸੀਂ ਸੜੇ ਫਿਰਦੇ ਹਾਂ। ਭਈ ਉਹ ਇੱਥੇ ਕਿਉਂ ਪਹੁੰਚਿਆ ਹੋਇਆ, ਉਹ ਉੱਥੇ ਕਿਉਂ ਹੈ, ਉਹ ਉੱਥੇ ਕਿਵੇਂ ਹੈ। ਇਸ ਅੱਗ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਸੜੇ ਫਿਰਦੇ ਹਾਂ ਅਸੀਂ। ਇਹ ਮਾਇਆ ਦੀ ਅੱਗ ਸਾੜਦੀ ਹੈ।
जिनको तुम दया कर मिलो ते हर हर सेव लगाने। जिहदे उत्ते सतगुरु गुरु रामदास जी कहते कि आद गुरु गुरु नानक साहब जी ने दया करती ना, पार ब्रह्म परमेश्वर ने दया करती, वो प्रभु की सेवा विच लग जाते हैं, वो अपनी आहंग नूं त्याग देंदे ने, वो गुरु दे कोल आउंदे ने, झुकदे ने ते आखदे ने सतगुरु जी मेरी बेनती सुनो, मैं बहुत बहुत हम रुलते फिरते कोई बात ना पूछता, गुर सतगुर संग कीरे हम थापे। फिर सतगुरु उन्होंने नाम की दात देंदे ने, जन नानक हर 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 जप प्रगटे, मत गुरमत नाम समाने। बस फिर धन गुरु रामदास महाराज जी कहते उन्होंने हर 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 ये जाप गुरु दे देंदा, जपी जा, हर एक विच वो है। उठत सुखिया बैठत सुखिया, भाओ नहीं लागै जा ऐसे बुझिया। बस जिन्हें ये चेता कर लिया गुरु कोल आके, उन्होंने पता है राखा एक हमारा स्वामी, सगल घटा का अंतरजामी, सोए अचिंता जाग अचिंता, सदा ही नाम। फिर महाराज जी कहते हैं मत गुरमत नाम समाने, अपनी मत नूं त्याग के गुरु दी मत लेंदे है। फिर गुरु दी मत उन्हां दे अंदर उन्हां दे मन विच नाम नूं समा देंदी है। फिर जेड़ा नाम विच मन समा गया ना, फिर नानक सतगुर मिल रहा है, फिर विछोड़ा कदे ना होए, फिर वो विछड़दे नहीं। इत्थे शब्द की समाप्ति है। सतगुरु गुरु रामदास महाराज जी का यह शब्द गुरु हरकृष्ण साहब जी ने बख्शिश की। शुकराना है सतगुरु सच्चे पातशाह जी का, गुरु ग्रंथ साहब जी का धन्नवाद, आप संगतां का धन्नवाद, प्रबंधक जनां का